ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੌਲ ਸਾਹਿਬ a very good morning ਜੀ, ਸਤਿ ਸ਼੍ਰੀ ਅਕਾਲ। हाँ जी, सत श्री अकाल अर्श, बहुत बहुत धन्यवाद अपने सारे श्रोतिਆਂ ਨੂੰ ਦਰਸ਼ਕਾਂ ਨੂੰ ਜੀ ਆਇਆਂ ਨੂੰ ਜੀ ਦੂਰ ਤੱਕ। ਅੱਜ 15 ਅਗਸਤ ਹੈ ਜੀ, 75th ਇੰਡੀਪੈਂਡੈਂਸ ਡੇ ਭਾਰਤ ਅੱਜ ਮਨਾ ਰਿਹਾ। ਕੱਲ ਸਾਡੇ ਗੁਆਂਢੀ ਮੁਲਕ ਪਾਕਿਸਤਾਨ ਮਨਾ ਕੇ ਹਟਿਆ, ਅੱਜ ਅਸੀਂ ਮਨਾ ਰਿਹਾ ਜੀ। ਪਰੰਤੂ ਇਹ 75th ਇੰਡੀਪੈਂਡੈਂਸ ਡੇ ਉਹਨਾਂ ਸ਼ਹੀਦਾਂ ਨੂੰ ਵੀ ਯਾਦ ਇਸ ਦਿਨ ਕੀਤਾ ਜਾ ਰਿਹਾ ਜੀ। ਬਿਲਕੁਲ ਅਰਸ਼, ਦੇਖੋ ਵੀ ਇਹ ਆਜ਼ਾਦੀ ਆ ਨਾ ਜਿਹੜੀ ਵੀ ਤੁਸੀਂ ਕਿਸੇ ਪੰਛੀ ਨੂੰ ਵੀ ਪਿੰਜਰੇ 'ਚ ਤਾੜੋ ਤੇ ਉਹਨੂੰ ਵੀ ਇਹ ਗੱਲ ਚੰਗੀ ਨਹੀਂ ਲੱਗਦੀ। ਜਰਾ ਕੁ ਪਿੰਜਰਾ ਖੋਲੋ ਤੇ ਉਹ ਪਿੰਜਰੇ 'ਚ ਤਾੜਨ ਵਾਲੇ ਵਿਅਕਤੀ ਵੱਲ ਦੇਖਦਾ ਵੀ ਨਹੀਂ, ਆਪਣੀ ਉਡਾਰੀ ਵੱਲ ਧਿਆਨ ਦਿੰਦਾ ਹੈ। ਸੋ ਇਸ ਕਰਕੇ ਇਹ ਹੈ ਜੀ ਵੀ ਫਰੀਡਮ ਇਹ ਹਰ ਜੀਵ ਇਸ ਧਰਤੀ ਤੇ, ਆਪਾਂ ਕਹਿੰਦੇ 84 ਲੱਖ ਦਾ ਮਤਲਬ ਗਿਣਤੀ ਨਹੀਂ ਪਤਾ ਅਸਲ 'ਚ ਕਿੰਨੀ ਕੁ ਹੈ, ਵੀ ਬੇਅੰਤ ਹੈ ਪਸਾਰਾ ਇਹ। ਸੋ ਵੀ ਉਹ ਸਾਰੇ ਜੀਵ ਆ ਜਿਹੜੇ ਇਨਕਲੂਡਿੰਗ ਮਨੁੱਖ ਵੀ ਉਹ ਆਜ਼ਾਦੀ ਦੇ ਨਾਲ ਆਪਣਾ ਜੀਵਨ ਜਿਹੋ ਜਿਹਾ ਵੀ ਹੋਵੇ ਜੀਣਾ ਚਾਹੁੰਦੇ ਨੇ। ਸੋ ਜਿਸ ਤਰ੍ਹਾਂ ਦਾ ਵੀ ਸਰੂਪ ਅਕਾਲ ਪੁਰਖ ਪ੍ਰਮਾਤਮਾ ਨੇ ਕਿਸੇ ਜੀਵ ਨੂੰ ਦਿੱਤਾ ਉਹਨੂੰ ਉਹ ਬਹੁਤ ਪਿਆਰਾ ਲੱਗਦਾ ਹੈ, ਜਿਸ ਤਰ੍ਹਾਂ ਦਾ ਵੀ ਹੋਵੇ। ਉਹ ਇੱਕ ਜੀਵ ਨੂੰ ਦੂਸਰੇ ਦਾ ਸਰੂਪ ਪਿਆਰਾ ਲੱਗੇ ਨਾ ਲੱਗੇ, ਪਰ ਉਹਨੂੰ ਆਪਣੇ ਆਪ ਨੂੰ ਜੀਵ ਨੂੰ ਉਹ ਲੱਗਦਾ ਚੰਗਾ ਤੇ ਉਹ ਉੱਦਾਂ ਹੀ ਜੀਣਾ ਚਾਹੁੰਦਾ ਜਿੱਦਾਂ ਉਹ ਚਾਹਵੇ। ਸੋ ਇਹੀ ਫਰੀਡਮ ਹੈ ਜੀ। ਸੋ ਇਸ ਤਰੀਕੇ ਦੇ ਨਾਲ ਇਹ ਆ ਜੀ ਵੀ ਭਾਰਤ ਦੇ ਵਿੱਚ ਇਹ ਲੰਬਾ ਸੰਘਰਸ਼ 1857 ਤੋਂ ਬਾਅਦ ਚੱਲਿਆ। 90 ਸਾਲਾਂ ਤੋਂ ਬਾਅਦ ਜਿਹੜਾ ਜੀ ਫਿਰ ਉਹ ਦਿਹਾੜਾ 14-15 ਅਕਤੂਬਰ ਆਏ। 14 ਨੂੰ ਪਾਕਿਸਤਾਨ ਆਪਣਾ ਮਨਾਉਂਦੇ ਨੇ। ਪਾਕਿਸਤਾਨ ਤੇ ਚਲੋ ਕ੍ਰੀਏਟ ਹੋਇਆ ਸੀ, ਆਜ਼ਾਦ ਨਹੀਂ ਹੋਇਆ ਸੀ ਤੇ ਲੇਕਿਨ ਕਿ ਭਾਰਤ ਜੋ ਹੈ ਦੇਸ਼, ਤੁਹਾਨੂੰ ਪਤਾ ਵੀ ਬੜਾ ਵੱਡਾ ਉਸ ਤੇ ਜਿਹੜਾ ਰਾਜ ਹੈ ਇਹ ਸਾਮਰਾਜ ਫੈਲਿਆ ਹੋਇਆ ਸੀਗਾ ਉਸ ਵੇਲੇ, ਤੇ ਭਾਰਤ ਨੂੰ ਗੁਲਾਮ ਕੀਤਾ ਗਿਆ ਤੇ ਪੰਜਾਬ ਲਗਭਗ 100 ਸਾਲ ਗੁਲਾਮ ਰਿਹਾ, ਭਾਰਤ ਲਗਭਗ 200 ਸਾਲ ਰਿਹਾ। ਉਹਦੀ ਇੱਕ ਲੰਬੀ ਹਿਸਟਰੀ ਹੈ। ਪਰ ਹੁਣ ਇਹ ਹੈ ਜੀ ਵੀ ਆਜ਼ਾਦੀ ਦੇ ਇਹ ਜਸ਼ਨ ਮਨਾਉਂਦਿਆਂ ਉਸ ਵੇਲੇ ਜਾਣੀ ਜਸ਼ਨ 1947 'ਚ ਤਾਂ ਆਪਾਂ ਸੀਗੇ ਨਹੀਂ, ਪਰ ਲੋਕਾਂ ਨੂੰ ਲੱਗਦਾ ਸੀ ਵੀ ਆਪਾਂ ਆਜ਼ਾਦ ਹੋ ਗਏ ਜੀ। ਉਸ ਤੋਂ ਬਾਅਦ ਜਾਣੀ ਕਿ ਹੁਣ 75 ਕੁ ਸਾਲਾਂ ਬਾਅਦ ਲੇਖਾ ਜੋਖਾ ਵੀ ਭੈਣ ਭਰਾ ਕਈ ਵਾਰੀ ਕਰਦੇ ਆ, ਅਗਲੀਆਂ ਪੀੜ੍ਹੀਆਂ ਆ ਚੁੱਕੀਆਂ ਆ ਵੀ ਆਜ਼ਾਦ ਕਿੰਨੇ ਕੁ ਹੈਗੇ ਆ ਜੀ, ਵੀ ਆਜ਼ਾਦ ਜੀ ਰਹਿ ਕੇ ਤੁਸੀਂ ਆਪਣਾ ਜੀਵਨ ਜਿੱਦਾਂ ਚਾਹੋ ਉੱਦਾਂ ਜੀ ਸਕੋ। ਵੀ ਜੇ ਆਪਾਂ ਬਹੁਤ ਵੱਡਾ ਲੋਕਤੰਤਰ ਆ ਤੇ ਫਿਰ ਲੋਕਤੰਤਰ ਦੇ ਵਿੱਚ ਸਰਕਾਰ ਜਿਹੜੀ ਆਪੇ ਹੀ ਚੁਣ ਕੇ ਨੁਮਾਇੰਦੇ ਭੇਜੇ ਸੀ ਵੀ ਉਹਨਾਂ ਦੀ ਬਣਦਾ ਅਸੀਂ ਆਲੋਚਨਾ ਕ੍ਰਿਟਿਸਿਜ਼ਮ ਵੀ ਕਰ ਸਕਦੇ ਕਿ ਨਹੀਂ, ਕਿ ਜਾਂ ਜਿੱਦਾਂ ਗੋਰਿਆਂ ਦਾ ਕ੍ਰਿਟਿਸਿਜ਼ਮ ਕਰਦੇ ਸੀ ਤਾਂ ਦੇਸ਼ ਧਰੋਹ ਹੋ ਜਾਂਦਾ ਸੀ ਦਰਜ, ਵੀ ਕੀ ਉਹ ਗੋਰਿਆਂ ਦੇ ਉਹੀ ਕਾਲੇ ਕਾਨੂੰਨ ਦੇ ਤਹਿਤ ਅੱਜ ਵੀ ਦੇਸ਼ ਧਰੋਹ ਜਾਣੀ ਕਿ ਵਧਾ ਚੜਾ ਕੇ ਤਾਂ ਨਹੀਂ ਕਿਤੇ ਦਰਜ ਹੋ ਰਿਹਾ ਵੀ ਜੇ ਤੁਸੀਂ ਜਰਾ ਕੁ ਬੋਲੇ ਨਹੀਂ ਕੁਸਕੇ ਨਹੀਂ ਤੇ ਚਲੋ ਜੀ ਦੇਸ਼ ਧਰੋਹ ਹੋ ਗਿਆ ਜੀ। ਤੇ ਇਹ 1947 ਤੋਂ ਬਾਅਦ ਵੀ ਜੇ ਹੋ ਰਿਹਾ, ਬੋਲਣ ਦੀ ਵੀ ਆਜ਼ਾਦੀ ਨਹੀਂ ਹਾਕਮਾਂ ਦੇ ਖਿਲਾਫ, ਤੇ ਫਿਰ ਉਹ ਹਾਕਮਾਂ ਦੀ ਚਮੜੀ ਦਾ ਰੰਗ 1947 ਤੋਂ ਪਹਿਲਾਂ ਕੋਈ ਹੋਰ ਸੀ, ਅੱਜ ਜੇ ਉਹ ਸਾਡੇ ਵਾਲਾ ਹੀ ਆ, ਪਰ ਜੋ ਸਾਨੂੰ ਰੱਖੇ ਗੁਲਾਮ ਰਹੇ ਆ ਵੀ ਤੁਸੀਂ ਬੋਲ ਨਹੀਂ ਸਕਦੇ ਜੀ, ਜਰਾ ਕੁ ਬੋਲੇ ਨਹੀਂ ਤੇ ਦੇਸ਼ ਧਰੋਹ ਹੋਇਆ ਨਹੀਂ। ਸੋ ਇਸ ਗੱਲ ਤੇ ਵਿਚਾਰ ਕੀਤਾ ਜਾਣਾ ਚਾਹੀਦਾ। ਬਾਕੀ ਦੂਸਰੇ ਪਾਸੇ ਇਹ ਆ ਜੀ ਵੀ ਨਿਰਸੰਦੇਹ ਇੱਕ ਵੱਡਾ ਦਿਨ ਹੈ, ਪਰ ਇਸ ਮੌਕੇ ਤੇ ਜੋ ਤਰਾਸਦੀ, ਜੋ ਦੁਖਾਂਤ, ਅਰਸ਼ ਤੁਹਾਡੇ ਡੈਡ ਮਝੈਲ ਹੈ ਤੂੰ ਵੀ ਮਝੈਲ ਹੈ, ਮਾਝਾ ਵੀ ਵੰਡ ਹੋਇਆ ਸੀ ਜਿਹਦੀ ਕਦੇ ਗੱਲ ਨਹੀਂ ਚੱਲਦੀ। ਪਾਕਿਸਤਾਨ ਬਣਿਆ ਨਾ, ਪੰਜਾਬ ਆਪਾਂ ਕਹਿੰਦੇ ਵੰਡ ਹੋਇਆ, ਸਿੱਖ ਕੌਮ ਦੇ ਨਾਲ ਕਿੱਡਾ ਵੱਡਾ ਹੈ ਜੋ ਵੀ ਕੁਝ ਕਾਂਡ ਵਾਪਰੇ ਹਾਂਜੀ, ਹਿੰਦੂ ਨੂੰ ਉੱਧਰੋਂ ਉੱਜੜਨਾ ਇੱਧਰ ਪਿਆ, ਸਿੱਖ ਇੱਧਰੋਂ ਆਏ, ਮੁਸਲਮਾਨ ਇੱਧਰੋਂ ਉੱਧਰ ਗਏ, ਉਹਦੇ ਵਿੱਚ ਕਤਲੋ ਗਾਰਤਾਂ ਚੱਲੀਆਂ, ਜੋ ਕੁਛ ਹੋਇਆ। ਬਿਲਕੁਲ ਮੈਂ ਸਮਝਾਂਗਾ ਕਿ ਜੀ ਵੀ ਉਸ ਸਮੇਂ ਦਾ ਜੋ ਉਹ ਬਲੀਦਾਨ ਸੀ ਉਹਨਾਂ ਲੋਕਾਂ ਦਾ ਜੋ ਸਰਹੱਦ ਤੇ ਮਾਰੇ ਗਏ, ਉਹ ਵੀ ਆਜ਼ਾਦੀ ਦਾ ਹਿੱਸਾ ਹੀ ਹੈ। ਉਸ ਤੋਂ ਮਤਲਬ ਆਜ਼ਾਦੀ ਹਜੇ ਸੰਪੂਰਨ ਨਹੀਂ ਸੀ ਨਾ ਪ੍ਰਕਿਰਿਆ ਹੋਈ ਜੀ। ਸੋ ਉਹ ਵੀ ਇਹ ਆਜ਼ਾਦੀ ਦੇ ਵਿੱਚ ਜੋ ਸੈਟਲਮੈਂਟ ਦੀ ਇਹ ਕਸ਼ਮਕਸ਼ਬਾਦ ਦੇ ਵਿੱਚ ਕਮਿਊਨਿਟੀਜ਼ ਦੇ ਵਿਚਕਾਰ ਚੱਲੀ, ਉਹ ਵੀ ਉਹਨਾਂ ਲੋਕਾਂ ਦਾ ਬਲੀਦਾਨ ਆ, ਜਿਹੜਾ ਨੁਕਸਾਨ ਆ ਸਾਡੀ ਕੌਮ ਦਾ ਹੋਇਆ, ਉਹ ਅਸੀਂ ਯਾਦ ਰੱਖੀਏ। ਤੇ ਇਹਦੇ ਨਾਲ ਹੀ ਇਹ ਹੈ ਜੀ ਵੀ ਉਸ ਬਲੀਦਾਨ ਨੂੰ ਯਾਦ ਕੀਤੇ ਬਿਨਾਂ ਮੈਂ ਸਮਝਾਂਗਾ ਵੀ ਇਹ ਆਜ਼ਾਦੀ ਦੇ ਦਿਨ ਨੂੰ ਯਾਦ ਕਰਨਾ ਅਧੂਰਾ ਰਹੇਗਾ ਜੀ। ਤੇ ਪਰ ਲੇਕਿਨ ਕਿ ਜ਼ਰੂਰ ਅਸੀਂ ਯਾਦ ਰੱਖੀਏ ਤੇ ਆਜ਼ਾਦੀ ਸਾਡਾ ਸੰਘਰਸ਼ ਸੀ ਜਿਹੜਾ ਜਾਨਾਂ ਵਾਰਨ ਤੱਕ ਆਪਾਂ ਗਏ ਸੀ। 75 ਸਾਲਾਂ ਦੇ ਲੇਖੇ ਜੋਖੇ ਦੇ ਵਿੱਚੋਂ ਕੀ ਵਾਕਿਆ ਹੀ ਜੋ ਸਾਡਾ ਆਜ਼ਾਦੀ ਦਾ ਸੁਪਨਾ ਸੀ ਉਹ ਪੂਰਾ ਹੋ ਗਿਆ। ਲੁਧਿਆਣਾ ਦੇ ਵਿੱਚ CM ਭਗਵੰਤ ਮਾਨ ਦੇ ਆਪਣੇ ਲਫ਼ਜ਼ ਹੈ ਵੀ ਨਹੀਂ ਹਜੇ ਪੂਰਾ ਹੋਇਆ ਜੀ, ਆਜ਼ਾਦੀ ਨਹੀਂ ਮਿਲੀ ਜੀ। ਸੋ ਤਦ ਕਰਕੇ ਇਹ ਹੈ ਜੀ ਵੀ ਅਸੀਂ
ਇਹ ਦੇਖੀਏ ਵੀ ਇੱਕ ਚਮੜੀ ਨੂੰ ਕੁਰਸੀ ਤੋਂ ਲਾਉਣ ਤੇ ਦੂਜੀ ਚਮੜੀ ਆਪਣੇ ਵਰਗੀ ਦਿਸਣ ਵਾਲੀ ਨੂੰ ਬਿਠਾਉਣ ਦੇ ਨਾਲ ਆਜ਼ਾਦੀ ਦਾ ਸੁਪਨਾ ਪੂਰਾ ਹੋ ਜਾਂਦਾ ਜੀ। ਇਹ ਜਰਾ ਬਸ ਸਵਾਲ ਆਪਣੇ ਆਪ ਨੂੰ ਪੁੱਛ ਲੈਣਾ ਕਿ ਕੀ ਸਾਡੇ ਉਹ ਆਜ਼ਾਦੀ ਦੇ ਕੁਰਬਾਨੀਆਂ ਦਾ ਮਕਸਦ ਇੰਨਾ ਹੀ ਸੀ, ਇੱਕ ਚਮੜੀ ਦੇ ਰੰਗ ਵਾਲਿਆਂ ਨੂੰ ਕੱਢਣਾ ਤੇ ਆਪਣੀ ਚਮੜੀ ਦੇ ਰੰਗ ਵਾਲਿਆਂ ਨੂੰ ਲਿਆਉਣਾ ਹੈ? ਤੇ ਜੇ ਇੰਨਾ ਹੀ ਮਕਸਦ ਸੀ ਤੇ ਫਿਰ ਤੁਸੀਂ ਦੇਖ ਲਓ, ਵੈਸੇ ਤੇ ਮਤਲਬ ਇਹ ਉਹਨਾਂ ਸਮਿਆਂ ਦੇ ਵਿੱਚ ਹੀ ਕਹਿ ਲਓ 10 ਕੁ ਸਾਲਾਂ ਦੇ ਵਿੱਚ ਕਾਫੀ ਸਾਰੇ ਦੇਸ਼ ਜਿਹੜੇ ਆ ਵੀ ਇਹ ਬਰਤਾਨਵੀ ਸਾਮਰਾਜ ਤੋਂ ਆਜ਼ਾਦ ਹੋਏ ਸੀ ਤੇ ਭਾਰਤ ਹੀ ਇੱਕ ਅਜਿਹਾ ਦੇਸ਼ ਰਿਹਾ ਜਿਹੜਾ ਕਿ ਵੰਡਿਆ ਗਿਆ ਸੀ। ਜੀ। ਸੋ ਇਸ ਕਰਕੇ ਇਹ ਹੈ ਜੀ ਵੀ ਵੰਡ ਦੇ ਨਾਲ ਜੁੜਿਆ ਉਹ ਮਾਝੇ ਦਾ ਦੁਖਾਂਤ, ਮਾਝਾ ਨਿੱਕਾ ਜਿਹਾ ਹਿੱਸਾ ਸਾਨੂੰ ਮਿਲ ਗਿਆ, ਸਾਰੇ ਦਾ ਸਾਰਾ ਮਾਝਾ ਜਿਹੜਾ ਜੀ ਸਾਡਾ ਗੁਰੂਆਂ ਦੀ ਵਰਸੋਈ ਹੋਈ ਧਰਤੀ ਉੱਥੇ ਰਹਿ ਗਈ। ਮੈਨੂੰ ਨਹੀਂ ਸਮਝ ਆਉਂਦੀ ਕਿ ਉਸ ਵੇਲੇ ਜਿੰਨੇ ਕੁ ਵੀ ਇਹ ਸਿੱਖ ਅੱਗੇ ਉੱਥੇ ਆਗੂ ਕੀਤੇ ਸੀਗੇ ਮੀਟਿੰਗਾਂ ਦੇ ਵਿੱਚ, ਉਹਨਾਂ ਨੇ ਇਹ ਗੱਲ ਮੰਨੀ ਹੀ ਕਿਉਂ ਵੀ ਗੁਰੂ ਨਾਨਕ ਦੇਵ ਜੀ ਉੱਥੇ ਗੁਰੂਆਂ ਦੀ ਵਰਸੋਈ ਧਰਤੀ ਜਿਹੜੀ ਆ ਸਿੱਖ ਕੌਮ ਵੰਡ ਲਵੇਗੀ, ਲਕੀਰ ਖਿੱਚਣ ਦੇਵੇਗੀ? ਕਿਉਂ ਮੰਨਿਆ ਗਿਆ? ਇਹ ਗੱਲ ਮੰਨੀ ਕਿਉਂ ਗਈ? ਮੰਨੀ ਨਹੀਂ ਸੀ ਜਾਣੀ ਚਾਹੀਦੀ। ਸੋ ਇਸ ਕਰਕੇ ਮੈਂ ਸਮਝਾਂਗਾ ਬੜੀ ਵੱਡੀ ਨਲਾਇਕੀ ਉਸ ਵੇਲੇ ਦੀ ਸਿੱਖ ਲੀਡਰਸ਼ਿਪ ਦੀ ਹੈ, ਜਿਹਦੀ ਤਰਾਸਦੀ ਨੂੰ ਅੱਜ ਅਸੀਂ ਤੜਲੇ ਕੱਢ ਕੇ ਕਹਿ ਰਹੇ ਹਾਂ ਜੀ ਕਦੇ ਸਾਨੂੰ ਲਾਂਘਾ ਦੇ ਦਿਓ ਜੀ, ਕਦੇ ਸਾਨੂੰ ਵੀਜ਼ਾ ਦੇ ਦਿਓ ਜੀ, ਕਦੇ ਸਾਨੂੰ ਹੋਰ ਸਹੂਲਤ ਦੇ ਦਿਓ ਜੀ, ਜੋ ਬੜੀ ਮਿਹਰਬਾਨੀ ਆ ਜੀ ਸਰਕਾਰਾਂ ਦੀ ਚਲੋ ਜੋ ਕਰ ਰਹੇ ਨੇ। ਪਰ ਇਹ ਭੀਖ ਸਿੱਖ ਕੌਮ ਨੂੰ ਮੰਗਣ ਲਈ ਮਜਬੂਰ ਕਿਉਂ ਹੋਣਾ ਪੈ ਰਿਹਾ? ਕਿਉਂਕਿ 1947 ਦੇ ਵਿੱਚ ਉਸ ਵੇਲੇ ਨਲਾਇਕੀ ਸੀ ਸਾਡੇ ਜਿਹੜੇ ਲੀਡਰ ਉੱਥੇ ਹੋਣਗੇ ਜੀ, ਉਹਨਾਂ ਨੇ ਨਹੀਂ ਇਸ ਗੱਲ ਨੂੰ ਵਿਚਾਰਿਆ ਅਸੀਂ ਨਨਕਾਣਾ ਕਿਵੇਂ ਛੱਡ ਸਕਦੇ ਹਾਂ, ਅਸੀਂ ਗੁਰਦੁਆਰਾ ਡੇਰਾ ਸਾਹਿਬ ਕਿੱਦਾਂ ਛੱਡ ਸਕਦੇ ਹਾਂ। ਅੱਜ ਆਪਾਂ ਤਰਸਦੇ ਹਾਂ ਉੱਥੇ ਦਰਸ਼ਨ ਕਰਨ ਨੂੰ, ਭੀਖ ਮੰਗਦੇ ਹਾਂ ਵੀਜ਼ੇ ਦੀ। ਇਹ 1947 ਚ ਕਰਨ ਵਾਲੇ ਕੰਮ ਸੀ ਜਿਹੜੇ ਕਿ ਨਹੀਂ ਕੀਤੇ ਗਏ। ਸੋ ਇਸ ਕਰਕੇ ਇਹ ਪੀੜਾ ਤੇ ਹੁਣ ਰਹਿੰਦੇ ਜਹਾਨ ਤੱਕ ਰਹੇਗੀ, ਸਿੱਖ ਕੌਮ ਦੀਆਂ ਅਗਲੀਆਂ ਪੀੜ੍ਹੀਆਂ ਦੇ ਨਾਲ ਰਹਿ ਰਹੀ ਆ। ਤੇ ਸਾਨੂੰ ਸਵੀਕਾਰ ਕਰਨਾ ਪਏਗਾ ਜੋ ਕੁਛ ਹੈਗਾ। ਪਰ ਆਜ਼ਾਦੀ 1947 ਤੋਂ ਬਾਅਦ ਸਾਡੀ ਚਮੜੀ ਵਾਲੇ ਆਪਾਂ ਲੋਕ ਲੈ ਜਾਂਦੇ, ਆਜ਼ਾਦੀ ਮਿਲ ਗਈ, ਇਹ ਸੀ ਆਜ਼ਾਦੀ ਕਿ ਜਾਂ ਕੋਈ ਗੱਲ ਹੋਰ ਵੀ ਸੀ? ਇਹ ਵਿਚਾਰ ਕਰਨਾ ਜ਼ਰੂਰ ਬਣਦਾ ਹੈ ਜੀ। ਇਸ ਮੌਕੇ ਤੇ ਜੀ ਸਾਡੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉਹਨਾਂ ਨੇ ਪਾਕਿਸਤਾਨ ਤੇ ਇੰਡੀਆ ਦੇ ਲੋਕਾਂ ਨੂੰ, ਦੁਨੀਆ ਭਰ ਦੇ ਵਿੱਚ ਅੱਜ ਵਸੇ ਨੇ, ਇਕੱਲੇ ਭਾਰਤ ਤੇ ਪਾਕਿਸਤਾਨ ਦੇ ਵਿੱਚ ਥੋੜ੍ਹਾ ਸਾਡੇ ਲੋਕ ਸਾਰੀ ਦੁਨੀਆ 'ਚ ਨੇ ਜੀ, ਸਾਰਿਆਂ ਨੂੰ ਸ਼ੁਭ ਕਾਮਨਾਵਾਂ ਵਧਾਈਆਂ ਦਿੱਤੀਆਂ ਨੇ। ਇਹਦੇ ਨਾਲ ਹੀ ਫਿਰ ਤਾਲਿਬਾਨ ਵੀ ਬੜੇ ਖੁਸ਼ ਹੈ। ਹਾਂਜੀ ਬਿਲਕੁਲ ਜੀ, ਤਾਲਿਬਾਨ ਵੀ ਬੜੇ ਖੁਸ਼ ਹੈ ਕਿਉਂਕਿ ਅੱਜ ਉਹ ਵੀ ਐਨੀਵਰਸਰੀ ਆਜ਼ਾਦੀ ਦੇ ਨਹੀਂ ਮਨਾ ਰਹੇ ਕਹਿ ਲਓ। ਉਹਨਾਂ ਨੇ ਦੁਬਾਰਾ ਰੀਕੈਪਚਰ ਕਰ ਲਿਆ ਸੀ ਅਫਗਾਨਿਸਤਾਨ ਨੂੰ। ਅੱਜ ਦੇ ਦਿਨ ਉੱਥੋਂ ਦੇ ਜਿਹੜੇ ਰਾਸ਼ਟਰਪਤੀ ਗਨੀ ਆ ਉਹ ਦੇਸ਼ ਹੀ ਛੱਡ ਕੇ ਚਲੇ ਗਏ ਸੀਗੇ, ਭੱਜ ਗਏ ਸੀ ਕਹਿ ਲਓ। ਤੇ ਫਿਰ ਰਾਜਧਾਨੀ ਕਾਬੁਲ ਤੇ ਅੱਜ ਦੇ ਦਿਨ ਪਿਛਲੇ ਸਾਲ ਉਹਨਾਂ ਨੇ ਕਬਜ਼ਾ ਕੀਤਾ ਸੀ ਤੇ ਉਸ ਤੋਂ ਬਾਅਦ ਜੋ ਦਗੜ ਕਾਬੁਲ ਦੀ ਏਅਰਪੋਰਟ ਤੇ ਜਹਾਜ਼, ਜੀਂਦੇ ਬੰਦੇ ਜਹਾਜ਼ ਦੇ ਨਾਲ ਚੜ ਗਏ ਸੀ ਜੀ, ਲਾਸ਼ਾਂ ਉੱਪਰੋਂ ਜਹਾਜ਼ ਉੜਦੇ ਚੋਂ ਡਿੱਗੀਆਂ ਸੀਗੀਆਂ। ਅਮਰੀਕੀ ਜਿਹੜਾ ਮਤਲਬ ਏਅਰਫੋਰਸ ਦੇ ਜਹਾਜ਼ ਸੀ ਜਿਹਦੇ ਵਿੱਚ ਪਠਾਲ ਕੇ ਹਾਂਜੀ ਆਪਣਾ ਆਪ ਮਸੀਂ ਭਾਂਡਾ ਢੀਡਾ ਛੱਡ ਕੇ ਜਾਨਾਂ ਬਚਾ ਕੇ ਭੱਜੇ ਸੀਗੇ। ਸੋ ਉਸ ਲਿਹਾਜ਼ ਨਾਲ ਅੱਜ ਵੀ ਕੈਨੇਡਾ ਦੇ ਵਿੱਚ ਪੋਲੀਟੀਸ਼ੀਅਨਸ ਦੀ ਜਿਹੜੀ ਸਟੇਟਮੈਂਟ ਇਹੀ ਆ ਰਹੀ ਹੈ ਵੀ ਵੱਧ ਤੋਂ ਵੱਧ ਅਫਗਾਨਿਸਤਾਨ ਦੇ ਲੋਕਾਂ ਨੂੰ ਇੱਥੇ ਲਿਆਓ ਜੀ। ਸੋ 40,000 ਲਿਆਉਣੇ ਸੀ, ਅਜੇ ਸਾਲ ਦੇ ਵਿੱਚ 17,000 ਆਏ ਹੈ ਤੇ ਹਜੇ ਬਾਕੀ ਦਾ ਜਿਹੜਾ ਕੰਮ ਬਾਕੀ ਹੈ ਤੇ ਲੱਗ ਨਹੀਂ ਰਿਹਾ ਵੀ ਅਫਗਾਨਿਸਤਾਨ ਦੇ ਵਿੱਚੋਂ ਲੋਕਾਂ ਦਾ ਨਿਕਲਣਾ ਇਹ ਕਦੇ ਬੰਦ ਹੋਏਗਾ ਜੋ ਉੱਥੇ ਮਾਹੌਲ ਹੈ। ਲੈਣੇ ਪਹਿਲੀ ਕਾਲ ਔਨ ਦੀ ਏਅਰ। ਸਤਿ ਸ਼੍ਰੀ ਅਕਾਲ ਕਾਲਰ। ਹੈਲੋ ਕਾਲਰ। ਸਤਿ ਸ਼੍ਰੀ ਅਕਾਲ, ਮੈਂ ਬਲਰਾਜ ਚੀਮਾ ਮੈਟਰੋ। ਓ ਚੀਮਾ ਸਾਹਿਬ ਕੀ ਹਾਲ ਚਾਲ? ਸੌਰੀ ਫॉर द ਵੇਟ। ਮੈਟਰੋ ਪੰਜਾਬੀ ਸਪੋਰਟਸ ਕਲੱਬ ਜੌਲ ਸਾਹਿਬ ਬਹੁਤ ਕਾਮਯਾਬੀ ਦੇ ਨਾਲ ਮੈਚਸ ਹੋਏ ਜੀ। ਪਹਿਲਾਂ ਤਾਂ ਪੂਰੀ ਦੀ ਪੂਰੀ ਟੀਮ ਨੂੰ, ਮੈਟਰੋ ਪੰਜਾਬੀ ਸਪੋਰਟਸ ਕਲੱਬ ਨੂੰ, ਚੀਮਾ ਸਾਹਿਬ, ਗੋਗਾ ਗਹੂਨੀਆ, ਜਿੰਨੇ ਵੀ ਮੈਂਬਰਸ ਨੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਨੂੰ, ਸਾਰਿਆਂ ਨੂੰ ਬਹੁਤ ਸਾਰੀਆਂ ਮੁਬਾਰਕਾਂ ਜੀ। ਧੰਨਵਾਦ ਨੇ ਦਿਨ ਰਾਤ ਇੱਕ ਕਰ ਦਿੱਤਾ ਸੀਗਾ। ਹਾਂਜੀ ਚੀਮਾ ਉਹਨਾਂ ਨੇ ਦਿਨ ਰਾਤ ਇੱਕ ਕਰ ਦਿੱਤਾ ਸੀਗਾ। ਗੋਗਾ ਗਹੂਨੀਆ ਸਮੁੱਚੀ ਟੀਮ ਨੇ ਜਿਹਨਾਂ ਨੂੰ ਤੁਸੀਂ ਦੱਸਿਆ ਨਾ, ਇਹਨਾਂ ਵੱਡੀ ਟੀਮ ਹੈ ਇਹਨਾਂ ਦੀ ਜੀ। ਬਲਰਾਜ ਚੀਮਾ ਜੀ ਨੂੰ ਇਸ ਵੱਡੀ ਸਕਸੈਸ ਤੇ, ਗੋਗਾ ਗਹੂਨੀਆ ਜੀ ਨੂੰ, ਬਾਕੀ ਸਾਰੀ ਸਮੁੱਚੀ ਟੀਮ ਨੂੰ, ਸਾਰੇ ਆਰਗੇਨਾਈਜ਼ਰਸ ਨੂੰ ਵਧਾਈ ਦਿੰਦੇ ਆ ਕਿਉਂਕਿ ਕਬੱਡੀ ਦਾ ਜਿਹੜਾ ਜੀ ਵੀ ਦੁਬਾਰਾ ਜਿਹੜਾ ਮੁੜ ਜਨਮ ਹੋ ਰਿਹਾ ਹੈ ਨਾ ਜੀ। ਸੋ ਉਹਦੇ ਵਿੱਚੋਂ ਆਪਾਂ ਹੋਪਫੁਲੀ ਜਿਹੜਾ ਜੀ ਵੀ ਫੇਰ ਉਭਰਾਂਗੇ। ਸੋ ਬਹੁਤ ਬਹੁਤ ਧੰਨਵਾਦ ਚੀਮਾ ਜੀ ਦਾ ਜੀ ਆਇਆਂ ਨੂੰ। ਜੀ ਧੰਨਵਾਦ ਜੀ, ਧੰਨਵਾਦ। ਤੇ ਧੰਨਵਾਦ ਕਰਦੇ ਹਾਂ ਅਸੀਂ ਸਾਰੇ ਅੰਟਾਰੀਓ ਦੇ ਤੇ ਪੂਰੀ ਦੁਨੀਆ ਦੇ ਕਬੱਡੀ ਪ੍ਰੇਮੀਆਂ ਦਾ ਜਿਨ੍ਹਾਂ ਨੇ ਇਹ ਇੰਨਾ ਜਿਹੜਾ ਇਵੈਂਟ ਸੀਗਾ ਉਹ ਆਪਣਾ ਸਫਲ ਬਣਾ ਦਿੱਤਾ ਜੀ। ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਨਾਲ ਦੀ ਨਾਲ ਸਮੁੱਚੇ ਮੀਡੀਆ ਦਾ, ਕਬੱਡੀ ਪ੍ਰੇਮੀਆਂ ਦਾ, ਰੈਫਰੀਆਂ ਦਾ, ਕਮੈਂਟੇਟਰਾਂ ਦਾ, ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਉਹਨਾਂ ਦੇ ਸਹਿਯੋਗ ਤੋਂ ਬਿਨਾਂ ਅਸੀਂ ਇਹ ਇਵੈਂਟ ਸਫਲ ਨਹੀਂ ਸੀ ਕਰ ਸਕਦੇ। ਤੇ ਨਾਲ ਦੀ ਨਾਲ ਸਮੂਹ ਜਿਹੜੀਆਂ ਸਪੋਰਟਸ ਕਲੱਬਾਂ ਆ ਆਪਣੀਆਂ ਇੱਥੇ ਕਬੱਡੀ ਕਲੱਬਾਂ ਬਣੀਆਂ ਹੋਈਆਂ, ਉਹਨਾਂ ਨੇ ਬਹੁਤ ਹੀ ਸਾਥ ਦਿੱਤਾ। ਵੈਸੇ ਨਾ ਹੀ ਮੈਟਰੋ ਦਾ ਚੱਲ ਗਿਆ ਜੀ,
ਕੱਪ ਅਸੀਂ ਜਿਹੜਾ ਇਹ ਸਾਰਿਆਂ ਦੇ ਸਹਿਯੋਗ ਦੇ ਨਾਲ ਸਫਲ ਹੋਇਆ ਜੀ ਬਿਲਕੁਲ ਜੀ ਐਂਡ ਬਹੁਤ ਵਧੀਆ ਮੈਚਸ ਹੋਏ ਜੀ, ਸਾਫ ਸੁਥਰੇ ਮੈਚਸ ਹੋਏ, ਇੱਕ ਰੇਡ ਇੱਕ ਜੱਫਾ ਦਾ ਪੂਰਾ ਬਰਾਬਰ ਦੇ ਨਾਲ ਤੋਲਿਆ ਗਿਆ ਜੀ। ਐਂਡ ਤੁਹਾਡੀ ਟੀਮ ਨੂੰ ਬਹੁਤ ਸਾਰੀਆਂ ਮੁਬਾਰਕਾਂ ਚੀਮਾ ਸਾਹਿਬ, ਤੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਫਿਰ ਮੁਲਾਕਾਤਾਂ ਹੋਣਗੀਆਂ ਜੀ। ਬਹੁਤ ਬਹੁਤ ਧੰਨਵਾਦ ਜੀ। ਤੇ ਆਪਣੇ ਨਾਲ ਦੀ ਨਾਲ ਨਾ ਮੈਂ ਯੂਨਾਈਟਿਡ ਬਰੈਂਪਟਨ ਸਪੋਰਟਸ ਕਲੱਬ ਦਾ ਅਗਲਾ ਜਿਹੜਾ ਹਾਂਜੀ ਬਿਲਕੁਲ 2023 ਦਾ ਕੱਪ ਹੋਣਾ ਆ, ਉਹਨਾਂ ਨੇ ਵੀ ਕੱਲ ਉਹਦਾ ਸ਼ੁਰੂਆਤ ਕਰ ਦਿੱਤੀ, ਆਗਾਜ਼ ਕਰ ਦਿੱਤਾ ਉਹਦਾ। ਤੇ ਉਹਨਾਂ ਨੂੰ ਬਹੁਤ ਬੈਸਟ ਵਿਸ਼ੇਸ, ਤੇ ਔਰ ਡੇਟ ਉਹ ਵੀ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਅਨਾਉਂਸ ਕਰ ਦੇਣਗੇ ਜੀ, ਪਰ ਹੋਊਗਾ ਉਹ ਅਗਸਤ ਦੇ ਵਿੱਚ ਹੀ। ਸੋ ਉਹਨਾਂ ਨੂੰ ਵੀ ਬਹੁਤ ਸ਼ੁਭ ਕਾਮਨਾਵਾਂ ਜੀ। ਬਹੁਤ ਧੰਨਵਾਦ ਚੀਮਾ ਸਾਹਿਬ, ਥੈਂਕ ਯੂ ਸੋ ਮਚ। ਧੰਨਵਾਦ ਜੀ, ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਸਨ ਸੀ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੇ ਨੁਮਾਇੰਦੇ ਬਲਰਾਜ ਚੀਮਾ ਜੀ। ਐਂਡ ਬਹੁਤ ਆਈ ਥਿੰਕ ਜੇ ਮੇਰੀ ਅੱਖ ਦੀ ਨਜ਼ਰ ਨਾਲ ਮੈਂ ਗਿਣੇ ਹੋਣੇ ਜੌਲ ਸਾਹਿਬ ਤਾਂ 6 ਤੋਂ 7,000 ਬੰਦਾ ਕੱਲ ਪਰਸੋਂ ਪਹੁੰਚਿਆ ਸੀ ਜੀ। ਸੋ ਕਾਫੀ ਖੱਚ ਭਰਿਆ ਸੀ ਇਹ ਟੂਰਨਾਮੈਂਟ। ਸੋ ਇੱਕ ਵਾਰੀ ਫਿਰ ਤੋਂ ਬਹੁਤ ਸਾਰੀਆਂ ਮੁਬਾਰਕਾਂ। ਤੇ ਉਸ ਤੇ ਦਿਨ ਜੀ ਅਗਲੇ ਦਿਨ ਇੱਕ ਬਹੁਤ ਵਧੀਆ ਕੀਰਤਨ ਦਰਬਾਰ ਹੋਏ ਜੀ GTA ਦੇ ਵਿੱਚ। ਸਾਡੇ ਆਪਣੇ ਮੀਡੀਆ ਦੇ ਹੋਸਟ ਸਿੰਘ ਹਰਜੀਤ ਜੀ ਨੇ ਬਹੁਤ ਵਧੀਆ ਇਹ ਕੀਰਤਨ ਦਰਬਾਰ ਰਚਿਆ ਜੀ ਬਰੈਂਪਟਨ ਫੇਅਰ ਗਰਾਊਂਡਸ ਦੇ ਵਿੱਚ। ਜੌਲ ਸਾਹਿਬ ਬਿਲਕੁਲ ਅਰਸ਼, ਦੇਖੋ ਜੀ ਵੀ ਇਹ ਸ਼ਬਦ ਕੀਰਤਨ ਦੇ ਨਾਲ ਸਰਸ਼ਾਰ ਸੰਗਤਾਂ ਨੂੰ ਕੀਤਾ, ਤੇ ਜਿਹੜੇ ਜਥੇ ਆ ਜੀ ਵੀ ਸਿੱਖ ਕੌਮ ਦੇ ਪਹੁੰਚੇ ਹੋਏ ਸਨ ਵੱਡੀ ਤਾਦਾਦ ਦੇ ਵਿੱਚ। ਇਹ ਸ਼ਨੀਚਰਵਾਰ ਤੇ ਐਤਵਾਰ ਲਗਾਤਾਰ 2 ਦਿਨ ਚੱਲਿਆ ਜੀ ਬਰੈਂਪਟਨ ਫੇਅਰ ਗਰਾਊਂਡਸ ਦੇ ਵਿੱਚ। ਵੱਡਾ ਰਸ਼ ਆ ਜਿਹੜਾ ਸਿੱਖ ਸੰਗਤਾਂ ਦਾ, ਬਾਕੀ ਕਮਿਊਨਿਟੀਜ਼ ਦਾ ਉੱਥੇ ਰਿਹਾ ਜੀ। ਸੋ ਜਿਹਦੇ ਵਿੱਚ ਕਿ ਨਾਮੀ ਗ੍ਰਾਮੀ ਜਿਹੜੇ ਜੀ ਕੀਰਤਨੀ ਜਥੇ ਹੈ, ਉਹਨਾਂ ਨੇ ਸਿੱਖ ਕੌਮ ਦੀ ਇਸ ਵੇਲੇ ਮੌਜੂਦਾ ਹਾਲਾਤ ਦੇ ਮੁਤਾਬਕ ਵੀ ਜਿਸ ਤਰ੍ਹਾਂ ਆਪਾਂ ਵੰਡੇ ਗਏ ਆ, ਜਿਸ ਤਰ੍ਹਾਂ ਜੋ ਅਕਾਲ ਤਖਤ ਸਾਹਿਬ ਦਾ ਹਸ਼ਰ ਹੈ, ਉਹ ਸਾਰੀ ਸਿਚੁਏਸ਼ਨ ਵੀ ਭਾਈ ਜੋ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਉਹਨਾਂ ਨੇ ਵੀ ਸਿੱਖ ਕੌਮ ਦੇ ਸਾਹਮਣੇ ਜੀ ਪੀ ਰੱਖੀ ਆਪਣੇ ਦਰਦ ਦੇ ਰੂਪ ਦੇ ਵਿੱਚ। ਸੋ ਉਸ ਤੋਂ ਬਾਅਦ ਫਿਰ ਜੈਕਾਰੇ ਵੀ ਵੈਸੇ ਬਹੁਤ ਜਿਹੜੇ ਜੀ ਗੂੰਜੇ, ਸਿੱਖ ਸੰਗਤਾਂ ਵੱਡੀ ਤਾਦਾਦ ਦੇ ਵਿੱਚ ਹਾਜ਼ਰ ਸਨ। ਸੋ ਇਸ ਪੱਖੋਂ ਜੀ ਇਹ 2 ਦਿਨ ਜਿਹੜਾ ਉੱਥੇ ਸ਼ਬਦ ਕੀਰਤਨ ਦਾ ਪ੍ਰਵਾਹ ਚੱਲਿਆ। ਇਹਦੇ ਲਈ ਸਿੰਘ ਹਰਜੀਤ ਹਾਂਜੀ ਵਧਾਈ ਦੇ ਪਾਤਰ ਨੇ, ਜਿਹੜੇ ਕਿ ਪੰਜਾਬੀ ਵਿਰਸਾ ਰੇਡੀਓ TV ਤੋਂ ਹੈ। ਤੇ ਨਾਲ ਹੀ ਭਾਈ ਜਸਵੀਰ ਸਿੰਘ ਬੋਪਾ ਰਾਏ ਤੇ ਗੁਰਮੇਲ ਸਿੰਘ ਜੀ ਸੱਗੂ ਸਾਹਿਬ, ਉਹਨਾਂ ਨੇ ਬਾਖੂਬੀ ਸਟੇਜ ਦਾ ਜਿਹੜਾ ਜੀ ਸੇਵਾ ਕਰਦੇ ਰਹੇ। ਸੋ ਸਮੁੱਚੀ ਅਸੀਂ ਟੀਮ ਨੂੰ ਇੰਨਾ ਇਹ ਸਫਲ ਜਿਹੜਾ ਸਮਾਗਮ ਸਿੱਖ ਸੰਗਤਾਂ ਦੇ ਲਈ ਉਹ ਲਿਖਣ ਦੇ ਲਈ ਬਹੁਤ ਧੰਨਵਾਦ ਵੀ ਕਰਦੇ ਹਾਂ ਜੀ। ਸਾਡੇ ਨਾਲ ਨੈਕਸਟ ਕਾਲਰ ਲੈਂਦੇ ਔਨ ਦੀ 에ਅਰ। ਸਤਿ ਸ਼੍ਰੀ ਅਕਾਲ ਕਾਲਰ। ਸਤਿ ਸ੍ਰੀ ਅਕਾਲ ਬੇਟਾ। ਸਤਿ ਸ੍ਰੀ ਅਕਾਲ ਅਰਸ਼ ਜੀ। ਸਤਿ ਸ਼੍ਰੀ ਅਕਾਲ ਮਾਤਾ ਜੀ। ਤੇ ਮੈਂ ਪੁੱਤ ਇੱਥੋਂ ਕੋਲ ਤੋਂ ਬੋਲ ਰਹੀ ਹਾਂ ਮਾਤਾ ਜੀ। ਇਹ ਆਪਣੇ ਉਹ ਛਿੰਦਾ ਪੱਟੀ ਵਾਲਾ ਇਹ ਆਇਆ ਇੱਥੇ ਇਹਨਾਂ ਦੇ ਪ੍ਰੋਗਰਾਮ ਤੇ ਇੱਥੇ ਵੱਡੀ ਕੱਪ ਤੇ। ਉਹ ਮੇਰੇ ਹਸਬੈਂਡ ਦੇ ਨਾਲ ਪਹਿਲਾਂ ਮਿਲਟਰੀ 'ਚ ਰਹੇ ਆ ਤੇ ਕਾਫੀ ਚਿਰ, ਤਾਂ ਉਹ ਅਸੀਂ ਉਹਦਾ ਫੋਨ ਨੰਬਰ ਲੈਣਾ। ਜੇ ਤੁਸੀਂ ਫੋਨ ਨੰਬਰ ਲੈ ਤੁਸੀਂ ਆਪਣਾ ਨੰਬਰ ਦੇ ਦਿਓ ਜੀ ਮੈਨੂੰ ਹੁਣੀ। ਸਾਡਾ ਨੰਬਰ? ਹਾਂਜੀ ਤੁਹਾਡਾ ਫੋਨ ਨੰਬਰ ਮੈਂ ਉਹਨਾਂ ਨੂੰ ਦੇ ਦੇਣਾ, ਤੁਹਾਨੂੰ ਕਾਲ ਕਰ ਦੇਣਗੇ ਜੀ। ਹਾਂਜੀ ਸਾਡਾ ਫੋਨ ਹੈਗਾ 905849 29 ਤੇ ਕੀ ਨਾਮ ਜੀ? ਇਹ ਸੁਚਵੰਤ ਸਿੰਘ ਪੱਟੀ। ਤੇ ਮੇਰੇ ਹਸਬੈਂਡ ਦਾ ਨਾਂ, ਇਹ ਬੱਚੇ ਦੇ ਨਾਂ ਤੇ, ਮੇਰੇ ਹਸਬੈਂਡ ਦਾ ਨਾਂ ਹੈਗਾ ਦਰਸ਼ਨ ਸਿੰਘ ਪਹਿਲਵਾਨ। ਦਰਸ਼ਨ ਸਿੰਘ ਪਹਿਲਵਾਨ, ਠੀਕ ਹੈ ਜੀ। ਮੈਂ ਇਹਨਾਂ ਨੂੰ ਚੀਮਾ ਸਾਹਿਬ ਨੂੰ ਨੰਬਰ ਪਹੁੰਚਾ ਦਾਂਗਾ ਜੀ। ਹਾਂਜੀ ਇਹ ਨੰਬਰ ਸਾਨੂੰ ਇਸ ਫੋਨ ਤੇ ਤੁਸੀਂ ਭੇਜ ਦਿਓ। ਤੇ ਉਹ ਆਦੇ ਸੀ ਵੀ ਮੈਂ ਮਿਲਣਾ ਆ, ਤਾਂ ਪਤਾ ਲੱਗਾ ਉਹ ਠੀਕ ਜਿਹਾ ਨਹੀਂ ਸੀ, ਤੇ ਉਹ ਟੂਰਨਾਮੈਂਟ ਤੇ ਨਹੀਂ ਜਾ ਸਕੇ, ਤੇ ਫਿਰ ਪਤਾ ਲੱਗਾ ਸੀ ਵੀ ਉਹ ਆਏ ਆ ਜੀ। ਮੈਂ ਮਾਤਾ ਜੀ ਮੈਂ ਨੰਬਰ ਪਹੁੰਚਾ ਦਾਂਗਾ। ਥੈਂਕ ਯੂ ਸੋ ਮਚ। ਬਹੁਤ ਧੰਨਵਾਦ ਜੀ। ਜੌਲ ਸਾਹਿਬ ਕੈਨੇਡਾ ਚਾਈਲਡ ਬੈਨੀਫਿਟ ਜੋ ਕਿ CCB ਦੇ ਨਾਲ ਜਾਣਿਆ ਜਾਂਦਾ ਜੀ, ਬੂਸਟ ਹੋਇਆ ਸੀ ਲਾਸਟ ਮੰਥ, ਮੀਨਿੰਗ ਇਨਕਰੀਜ਼ ਹੋਈ ਸੀ ਪੇਮੈਂਟਾਂ ਦੇ ਵਿੱਚ ਜੁਲਾਈ 20 ਨੂੰ। ਕੀ ਅਪਡੇਟ ਹੋ ਰਹੀ ਹੈ ਇਸ ਗੱਲਬਾਤ ਨੂੰ ਲੈ ਕੇ? ਬਿਲਕੁਲ ਦੇਖੋ ਜੀ ਵੀ ਇਹ ਕੈਨੇਡਾ ਚਾਈਲਡ ਬੈਨੀਫਿਟ ਹੈ ਨਾ, ਜਿਹੜਾ ਜੀ ਵੈਸੇ ਵੀ ਲੋ ਇਨਕਮ ਤੇ ਖਾਸ ਤੌਰ ਤੇ ਮਿਡਲ ਕਲਾਸ ਫੈਮਲੀਜ਼ ਨੂੰ ਜ਼ਿਆਦਾ ਜਿਹੜਾ ਜੀ ਇਹਦੇ ਵਿੱਚ ਸਪੋਰਟ ਦੇਣ ਦਾ ਜਿਹੜਾ ਪ੍ਰੋਗਰਾਮ ਹੈ। ਤੇ ਸਰਟਨ ਇਨਕਮ ਜਿਹੜੀ ਫੈਮਲੀਜ਼ ਮਤਲਬ ਮਿਲੀਅਨਸ ਬਣਾ ਰਹੇ ਨੇ, ਉਹਨਾਂ ਨੂੰ ਇਹ ਬੱਚਿਆਂ ਨੂੰ ਸਮਝਿਆ ਜਾਂਦਾ ਵੀ ਨਹੀਂ ਲੋੜ, ਉਹ ਬੰਦ ਕੀਤਾ ਗਿਆ ਸੀਗਾ। ਪਰ ਇਹਦੇ ਵਿੱਚ ਥੋੜਾ ਜਿਹਾ ਹੁਣ ਮਹਿੰਗਾਈ ਕਰਕੇ ਆਪਾਂ ਦੇਖਦੇ ਸੀ ਕਿ ਹਰ ਚੀਜ਼ ਦੀ ਜੇ ਕੀਮਤ ਵਧੀ ਹੈ, ਤੇ ਜਿਹੜਾ ਇਹ CCB ਆ ਫਿਰ ਇਹਦੇ ਰਾਹੀਂ ਇਹ ਗਵਰਨਮੈਂਟ ਨੇ ਥੋੜਾ ਰਿਲੀਫ ਦੇਣ ਦੀ ਕੋਸ਼ਿਸ਼ ਕੀਤੀ ਵੀ ਆ। ਤੇ ਉਹਦੇ ਵਿੱਚ ਹੁਣ ਇਹ ਆ ਜੀ ਵੀ ਡਿਪੈਂਡ ਕਰੂਗਾ ਵੀ ਕਿੰਨੀ ਕੋਈ ਇਨਕਮ ਬਣਾਉਂਦੇ ਨੇ ਤੇ ਕਿੰਨੀ ਉਹਨਾਂ ਦੇ ਬੱਚਿਆਂ ਦੀ ਜਿਹੜੀ ਆ ਜੀ ਵੀ ਏਜ ਆ। ਸੋ ਬੱਚੇ ਜਿਹੜੇ ਆ ਇਸ CCB ਦੇ ਵਿੱਚ 18 ਸਾਲ ਤੋਂ ਜਿਹੜੇ ਘੱਟ ਉਮਰ ਦੇ ਫੈਮਿਲੀ 'ਚ ਹੋਣ ਪਈ, ਉਹਨਾਂ ਨੂੰ ਹੀ ਕਵਰ ਕੀਤਾ ਜਾਂਦਾ। 6 ਸਾਲ ਤੱਕ ਦੀ ਏਜ ਦੇ ਜਿਹੜੇ ਬੱਚੇ ਆ ਜੀ ਵੀ ਉਹਨਾਂ ਨੂੰ ਜਾਣੀ ਸਭ ਤੋਂ ਵੱਧ ਇਹ ਪੇਮੈਂਟ ਜਿਹੜੀ ਆ ਮੰਥਲੀ ਦਿੱਤੀ ਜਾਂਦੀ ਆ, ਜਿਹੜੀ ਕਿ $583 ਲਗਭਗ ਜਿਹੜਾ ਵੀ ਪਰ ਚਾਈਲਡ ਹੋ ਸਕਦੀ ਆ। ਸੋ ਇਹ $7,000 ਦੇ ਕਰੀਬ ਮਤਲਬ ਐਨੂਅਲ ਜਿਹੜਾ ਬੈਨੀਫਿਟ ਆ ਇੱਕ ਪਰ ਬੱਚਾ ਇਹ ਫੈਮਲੀਜ਼ ਨੂੰ ਮਿਲਦਾ।
ਤੇ ਮਿਲਦਾ ਲੇਕਿਨ ਕਿ ਵੀ ਇਹ ਉਹ ਫੈਮਿਲੀਜ਼ ਆ ਜਿਨ੍ਹਾਂ ਦੀ ਜਾਣੀ ਐਨੂਅਲ ਸਾਰੇ ਸਾਲ ਦੀ ਨੈਟ ਇਨਕਮ 32,000 ਜਾਣੀ 33,000 ਤੋਂ ਵਧਣੀ ਨਹੀਂ ਚਾਹੀਦੀ। 32,797 ਜਿਹੜੀ ਹੈ ਜੀ, ਵੀ ਉਹ ਇੰਨੀ ਇਨਕਮ ਜਿਹੜੇ ਫੈਮਿਲੀਜ਼ ਬਣਾ ਰਹੇ ਨੇ ਜਾਂ ਇਸ ਤੋਂ ਘੱਟ ਬਣਾ ਰਹੇ ਨੇ, ਉਹਨਾਂ ਨੂੰ ਇਹ CCB ਦਾ ਫੁੱਲ ਜਿਹੜਾ ਜੀ ਉਹ ਬੈਨੀਫਿਟ ਆ ਉਹ ਮਿਲਦਾ। ਤੇ ਜਿਉਂ-ਜਿਉਂ ਫਿਰ ਇਨਕਮ ਵੱਧਦੀ ਜਾਏਗੀ, ਹੁਣ ਇਹਦਾ ਮਤਲਬ ਇਹ ਥੋੜ੍ਹਾ ਵੀ ਇਹ ਬੈਨੀਫਿਟ ਲੈਣ ਲਈ ਆਪਾਂ ਇਨਕਮ ਲੁਕਾਉਣੀ ਹੈ, ਜਿੰਨੀ ਹੈਗੀ ਹੈ। ਸੋ ਜਿੰਨੇ ਝੂਠ ਮਾਰੇ ਉਹ ਆਪਾਂ ਦੱਸਿਆ ਹੀ ਹੋਇਆ ਵੀ ਉਹ CRA ਨੇ ਹੁਣ ਆਪਣੇ ਬੰਦੇ ਭਰਤੀ ਕਰ ਲਏ ਕਮਿਊਨਿਟੀਜ਼ ਦੇ ਵਿੱਚੋਂ, ਜਿਨ੍ਹਾਂ ਦੇ ਵਿੱਚ ਇੱਦਾਂ ਦੀਆਂ ਚੱਲਦੀਆਂ ਨੇ ਆਪੋ ਧਾਪੀਆਂ ਜਿਹੀਆਂ ਜੀ, ਤੇ ਉਹਨਾਂ ਦੀ ਫੜਫੜਾਈ ਕਾਫੀ ਹੈ। ਉਹ ਪਤਾ ਹੀ ਹੈ ਹੁਣ ਨੋਟਿਸ ਜਿਵੇਂ ਦੇ ਆਡਿਟ ਜਿਹੜੇ ਉਹ ਵਗੈਰਾ ਨਿਕਲ ਰਹੇ ਆ। ਸੋ ਕੁੱਲ ਮਿਲਾ ਕੇ ਲੇਕਿਨ ਕਿ CCB ਦੇ ਲਈ ਜਿਹੜੇ ਜੀ ਐਲੀਜੀਬਲ ਫੈਮਿਲੀਜ਼ ਹੈਗੀਆਂ ਉਹਨਾਂ ਨੂੰ ਇਹ ਬੈਨੀਫਿਟ ਹੈ ਜਿਹੜਾ ਜੀ ਜੁਲਾਈ ਤੋਂ ਇਨਕਰੀਜ਼ਡ ਅਮਾਊਂਟ ਦੇ ਨਾਲ ਜਿਹੜਾ ਜੀ ਅਕਾਊਂਟਸ ਦੇ ਵਿੱਚ ਡਾਇਰੈਕਟ ਟ੍ਰਾਂਸਫਰ ਜਾਂ ਫਿਰ ਚੈਕਸ ਦੇ ਰਾਹੀਂ ਭੇਜਣਾ ਸ਼ੁਰੂ ਕਰ ਦਿੱਤਾ ਗਿਆ ਜੀ। ਜੌਲ ਸਾਹਿਬ, ਸਵਿਮਿੰਗ ਦਾ ਸੀਜ਼ਨ ਹੈ ਜੀ, ਪਰੰਤੂ ਮਾਨਤਾ ਨਹੀਂ ਕਰਦਾ ਖਬਰ ਪੜ੍ਹਨ ਨੂੰ, ਪਰੰਤੂ ਨਿਊਜ਼ ਹੈ ਜੀ ਇੱਕ ਹੋਰ ਡੈਥ ਹੋ ਚੁੱਕੀ ਹੈ ਜੀ ਵਸੇਗਾ ਬੀਚ ਇਸ ਸੈਟਰਡੇ ਨੂੰ। ਕੁਲਜੀਤ ਸਿੰਘ ਢੀਂਡਸਾ 42 ਇਅਰਸ ਦੀ ਉਮਰ ਤੇ ਰਿਚਮੰਡ ਹਿੱਲ ਦੇ ਰਹਿਣ ਵਾਲੇ ਸੀ ਤੇ ਕਹਿ ਲਓ ਕਿ ਸਵਿਮਿੰਗ ਕਰਦੇ ਕਰਦੇ ਜੀ ਡੁੱਬ ਗਏ। ਵੈਸੇ ਅਰਸ਼ ਇਹ ਡੁੱਬ ਕੇ ਮਰਨ ਦਾ ਸਿਲਸਿਲਾ ਜਿਹੜਾ ਜੀ ਇਹ ਸਾਡੇ ਇੱਥੇ ਵੈਸੇ ਦੁਨੀਆ ਭਰ 'ਚ ਇਹ ਹਾਲ ਹੈ। ਉੱਥੇ ਭਾਰਤ ਪੰਜਾਬ ਵਿੱਚ ਕਿਹੜਾ ਡੁੱਬ ਕੇ ਲੋਕ ਬੱਚੇ ਵਗੈਰਾ ਸਾਰੇ ਜਦੋਂ ਮਾਂ 'ਚ ਛਾਲਾਂ ਕਈ ਨਹੀਂ ਵੀ ਨਿਕਲ ਪਾਉਂਦੇ ਆ ਨਾ ਜੀ। ਸੋ ਇੱਦਾਂ ਹੀ ਆ ਜੀ ਵੀ ਇੱਥੇ ਇਹ ਡੁੱਬ ਕੇ ਮਰਨ ਦਾ ਸਿਲਸਿਲਾ ਗਰਮੀਆਂ ਦੇ ਵਿੱਚ ਆਮ ਚੱਲਦਾ, ਜਿਸ ਕਰਕੇ ਰੁੱਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਪਾਂ ਗੱਲ ਕਰਨੀ ਸ਼ੁਰੂ ਕਰ ਦਿੰਦੇ ਹਾਂ ਵੀ ਇਸ ਸਾਲ ਜਿਹੜਾ ਬਚ ਕੇ ਰਿਓ, ਫਨ ਕਰਨ ਚੱਲੇ ਆ, ਜਿੰਨੇ ਜਾਣੇ ਘਰੋਂ ਜਾਣੀਆਂ ਨਿਕਲਿਓ ਉਨੇ ਜਣਿਆਂ ਨੇ ਹੱਸਦੇ ਖੇਡਦਿਆਂ ਜਾਣੀ ਫਨ ਕਰਦਿਆਂ ਮੁੜ ਵੀ ਆਉਣਾ ਆ। ਇੱਕ ਅੱਧੀ ਨੂੰ ਉੱਥੇ ਵਿੱਚ ਨਹੀਂ ਛੱਡ ਆਉਣਾ। ਪਰ ਹੁਣ ਇਹ ਭਾਈ ਸਾਹਿਬ ਨਾਲ ਘਟਨਾ ਵਾਪਰੀ ਹੈ ਇਸ ਵੀਕਐਂਡ ਦੇ ਦੌਰਾਨ। ਪਹਿਲੀ ਗੱਲ ਤਾਂ ਇਹ ਇੱਕੋ ਇੱਕ ਘਟਨਾ ਨਹੀਂ ਡੁੱਬ ਕੇ ਮਰਨ ਦੀ ਜੀ, ਉਹ ਕੈਨੇਡਾ ਭਰ ਦੇ ਵਿੱਚ ਕਾਫੀ ਸਾਰੀਆਂ ਇਹ ਜਿਹੜੀਆਂ ਘਟਨਾਵਾਂ ਦਰਿਆਵਾਂ ਝੀਲਾਂ ਤੇ ਵਾਪਰਨੀਆਂ ਜਾ ਰਹੀਆਂ। ਇੱਥੋਂ ਤੱਕ ਕਿ ਅਮਰੀਕਾ ਦੇ ਵਿੱਚ ਮਿਸ਼ੀਗਨ ਦੇ ਵਿੱਚ ਵੀ ਇੱਕ ਕਪਲ ਆ ਜਿਹੜਾ ਯੰਗ ਕਪਲ, ਲੜਕਾ ਤੇ ਲੜਕੀ ਡੁੱਬ ਕੇ ਉਹ ਨਹੀਂ ਮਤਲਬ ਲੇਕ ਦੇ ਵਿੱਚ ਜਾਨ ਉਹਨਾਂ ਦੀ ਬਚ ਸਕੀ। ਸੋ ਇਸ ਕਰਕੇ ਇੱਦਾਂ ਆ ਜੀ ਵੀ ਇਹ ਕੁਲਜੀਤ ਸਿੰਘ ਢੀਂਡਸਾ ਹੋਏ ਨੇ, ਪਰ ਕੁਲਜੀਤ ਸਿੰਘ ਢੀਂਡਸਾ ਉਮਰ ਵੀ 42 ਸਾਲ ਹੈ ਤੇ ਰਿਚਮੰਡ ਹਿੱਲ ਤੋਂ ਜਾਣੀ ਵਸਾਗਾ ਬੀਚ ਉੱਥੇ ਸੈਟਰਡੇ ਇਹ ਪਾਣੀ 'ਚ ਗਏ ਹੈ ਤੇ ਪਾਣੀ 'ਚ ਮੁੜ ਕੇ ਮਤਲਬ ਦੇਖਿਆ ਗਿਆ ਵੀ ਗਏ ਤਾਂ ਹੈ ਪਰ ਮੁੜ ਕੇ ਤਾਂ ਆਇਆ ਹੀ ਨਹੀਂ ਹੈ। ਤੇ ਤਦ ਕਰਕੇ ਫਿਰ ਜਦੋਂ ਕਾਲ ਕੀਤੀ 911 ਤੇ ਸਪੋਰਟ ਪਹੁੰਚੇ ਨੇ ਤੇ ਆ ਕੇ ਫਿਰ ਬੋਡੀ ਜਿਹੜੀ ਆ ਜੀ ਰਿਕਵਰ ਇਹਨਾਂ ਦੀ ਕੀਤੀ ਗਈ ਆ। ਜਾਨ ਨਹੀਂ ਬਚਾਈ ਜਾ ਸਕੀ ਕੁਲਜੀਤ ਸਿੰਘ ਢੀਂਡਸਾ ਉਹਨਾਂ ਦੀ, ਉੱਥੇ ਝੀਲ ਦੇ ਵਿੱਚ ਡੁੱਬ ਕੇ ਇਹਨਾਂ ਦੀ ਮੌਤ ਹੋਈ ਆ। ਤੇ ਇੱਦਾਂ ਹੀ ਆ ਫਿਰ ਆਪਾਂ ਦੇਖੋ ਗੱਲ ਕਰਦੇ ਹਾਂ ਜਾਂ ਪੁਲਿਸ ਵੀ ਸਦਾ ਸਾਵਧਾਨ ਕਰਦੇ ਆ ਵੀ ਤੁਸੀਂ ਪਾਣੀ ਦੇ ਵਿੱਚ ਜਾਣਾ ਹੀ ਕੀ ਕਰਨਾ ਜੇ ਨਹੀਂ ਸੰਭਲ ਸਕਦੇ ਤਾਂ। ਦੂਸਰਾ ਹੈ ਫਿਰ ਤੁਸੀਂ ਕੋਈ ਲਾਈਫ ਜੈਕਟ ਨਹੀਂ ਪਾਈ, ਕੋਈ ਸਪੋਰਟ ਨਹੀਂ ਪਾਈ। ਤੀਸਰਾ ਫਿਰ ਤੁਸੀਂ ਇਕੱਲੇ ਤੇ ਇਕੱਲੇ ਚੱਲ ਗਏ ਹਨਾ, ਤੁਹਾਡੇ ਨਾਲ ਕੋਈ ਹੈ ਹੀ ਨਹੀਂ ਹੈ ਜਿਹਨੂੰ ਪਤਾ ਵੀ ਹੋਵੇ ਵੀ ਇਹ ਬੰਦਾ ਅੰਦਰ ਵੜਿਆ ਸੀ, ਇਹਨੂੰ ਕੱਢਣਾ ਵੀ ਹੈ ਜੀ ਹਨਾ। ਸੋ ਇਹੋ ਜਿਹਾ ਦੂਸਰਾ ਇਹ ਵੀ ਇਹ ਜਿਹੜਾ ਝੀਲਾਂ ਦਰਿਆਵਾਂ ਦੀ ਡੂੰਘਾਈ ਥੱਲੇ ਪਾਣੀ ਤਾਂ ਉੱਪਰੋਂ ਦਿਸਦਾ ਬੜਾ ਵਧੀਆ ਨਰਮ, ਪਰ ਥੱਲੇ ਹੁਣ ਪੱਥਰ ਹੈ ਕਿ ਕੋਈ ਮੈਟਲ ਆ ਜਾਂ ਕੀ ਆ ਵੀ ਕਿਹਦੇ 'ਚ ਜਾ ਕੇ ਸਿਰ ਵੱਜਣਾ ਮੁੜਨਾ ਉੱਪਰ ਨੂੰ ਦੁਬਾਰਾ ਕਿ ਨਹੀਂ। ਸੋ ਇਹ ਸਾਰੀਆਂ ਚੀਜ਼ਾਂ ਧਿਆਨ ਦੇ ਵਿੱਚ ਰੱਖਦੇ ਹੋਏ ਜੀ ਲੋਕ ਤਾਂ ਚੰਗੀ ਭਲੀ ਬੋਟ ਜਾਂਦੀ ਹੋਵੇ ਉੱਥੋਂ ਸੈਲਫੀ ਖਿੱਚਦੇ ਹੀ ਕਈ ਵਾਰੀ ਜਾ ਪੈਂਦੇ ਆ ਝੀਲ ਦੇ ਵਿੱਚ ਤੇ ਫਿਰ ਡੁੱਬਣਾ ਹੋ ਜਾਂਦਾ। ਘਟਨਾਵਾਂ ਵੀ ਵਾਪਰੀਆਂ ਜਾਂ ਫਿਰ ਝੀਲ ਚੱਲ ਰਹੀ ਮਤਲਬ ਬੋਟ ਦੇ ਮਗਰ ਆਪਣਾ ਕੋਈ ਟਾਇਰ ਜਾਂ ਕੋਈ ਹੋਰ ਚੀਜ਼ ਅਸੀਂ ਸਰਫਿੰਗ ਕਰਨ ਲੱਗ ਜਾਂਦੇ ਆ, ਉਹਦੇ ਵਿੱਚ ਵੀ ਜਿਹੜੀਆਂ ਡੈਥਸ ਬਾਅਦ ਦੇ ਵਿੱਚ ਹੋਈਆਂ ਨੇ। ਸੋ ਇਸ ਤਰ੍ਹਾਂ ਆ ਜੀ ਵੀ ਸਾਵਧਾਨ ਰਹਿਣ ਦੀ ਲੋੜ ਹੈ। ਇਹ ਜਿਹੜੇ ਠੰਡੀ ਪਾਣੀਆਂ ਦੇ ਵਿੱਚ ਤੈਰਾਕੀਆਂ ਕਰਨ ਨੂੰ ਦਿਲ ਤਾਂ ਕਰਦਾ ਹਰ ਇੱਕ ਦਾ, ਪਰ ਇਹ ਆਪਣੀ ਸਮਰੱਥਾ ਦਾ ਖਿਆਲ ਜ਼ਰੂਰ ਰੱਖਿਆ ਜਾਣਾ ਚਾਹੀਦਾ ਵੀ ਉੱਥੋਂ ਜਾ ਕੇ ਅਸੀਂ ਬਾਹਰ ਨਿਕਲਣ ਦੇ ਕਾਬਲ ਹਾਂ ਕਿ ਨਹੀਂ। ਜੇ ਉਹ ਸਮਰੱਥਾ ਨਹੀਂ ਹੈ ਤੇ ਫਿਰ ਬੜਾ ਵਧੀਆ ਉੱਥੇ ਜਾ ਕੇ ਮਤਲਬ ਤੁਸੀਂ ਚੇਅਰ ਢਾਹ ਕੇ ਆਪਣੇ ਪੈਰ ਠੰਡੇ ਪਾਣੀ 'ਚ ਰੱਖ ਕੇ ਬਹਿ ਜਾਓ, ਉਹੀ ਠੰਡਕ ਸਿਰ ਤੱਕ ਪਹੁੰਚ ਜਾਂਦੀ ਹੈ ਤੇ ਨਾ ਵੀ ਝੀਲ 'ਚ ਬੜੇ ਤੇ ਉਹਦੇ ਨਾਲ ਕੋਈ ਘਾਟਾ ਥੋੜ੍ਹਾ ਪੈ ਜਾਂਦਾ। ਬਿਲਕੁਲ ਜੀ। ਸੋ ਪਲੀਜ਼ ਬੀ ਕੇਅਰਫੁਲ ਵਾਈਲ ਸਵਿਮਿੰਗ ਐਂਡ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਤੁਹਾਡੇ ਆਪਣੇ ਵੀ ਸਤਪਾਲ ਸਿੰਘ ਜੋਹਲ ਵਾਰਡ 9 ਅਤੇ 10 ਕੈਂਡੀਡੇਟ ਸਕੂਲ ਟਰਸਟੀ ਹਾਜ਼ਰ ਨੇ ਤੁਹਾਡੇ ਨਾਲ। ਐਂਡ ਜੋਹਲ ਸਾਹਿਬ ਜ਼ੋਰਾਂ ਸ਼ੋਰਾਂ ਦੇ ਨਾਲ ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਇਸ ਵੇਲੇ ਜਿੱਥੇ ਵੀ ਜਾਈਏ ਤਾਂ ਤੁਹਾਡੀ ਗੱਲਬਾਤ ਕਹਿੰਦੇ ਆਈ ਜਾਂਦੀ ਹੈ ਜੀ ਕਿ ਸਕੂਲ ਟਰਸਟੀ ਵਾਰਡ 9 ਅਤੇ 10 ਐਂਡ ਇਹ ਬਹੁਤ ਵੱਡਾ ਰਾਈਡਿੰਗ ਹੈ ਜੀ ਬਿਕਾਜ਼ 2 MPਆਂ ਦੀ ਰਾਈਡਿੰਗ ਹੈ ਜਿਸ ਜੋਹਲ ਸਾਹਿਬ ਆਲਵੇਜ਼ ਦੱਸਦੇ ਨੇ ਕਿ ਇਹ 9 ਅਤੇ 10 ਦੀ ਕਿਹੜੀ ਬਾਉਂਡਰੀਜ਼ ਨੇ। ਆਓ ਫਿਰ ਜੋਹਲ ਸਾਹਿਬ ਤੋਂ ਪੁੱਛਦੇ। ਜੋਹਲ ਸਾਹਿਬ। ਹਾਂਜੀ ਬਿਲਕੁਲ, ਵੈਸੇ ਨਾ ਇਹ ਕਮਿਊਨਿਟੀ ਦਾ ਬੜਾ ਬਲੈਸਿੰਗ ਦਾ ਬੜਾ ਪ੍ਰਤਾਪ ਹੈ ਕਿ ਜਿੱਥੇ ਵੀ ਜਾਈਏ ਚਲੋ ਗੱਲ ਚੱਲਦੀ ਹੈ ਜੀ। ਤੇ ਇਹਦੇ ਨਾਲ ਹੀ ਫਿਰ ਜਗ੍ਹਾ ਜਗ੍ਹਾ ਤੇ ਅਸੀਂ ਮਿਲਣ ਦੀ ਕੋਸ਼ਿਸ਼ ਕੀਤੀ ਸੀ ਆ ਵੀਕਐਂਡ ਦੇ ਦੌਰਾਨ ਵੀ ਵੱਡੀ ਤਾਦਾਦ ਵਿੱਚ ਲੋਕਾਂ ਨਾਲ ਮੇਲ ਮਿਲਾਪ ਜਿਹੜਾ ਜੀ ਕੀਤਾ, ਆਪਣੇ ਬਾਰੇ 'ਚ ਦੱਸਿਆ। ਕਾਫੀ ਸਾਰੀ ਗਿਣਤੀ 'ਚ ਪਹਿਲਾਂ ਪਤਾ ਹੀ ਹੁੰਦਾ ਆਪਣੇ ਬਾਰੇ, ਹੁਣ ਲਗਾਤਾਰਤਾ ਦੇ ਨਾਲ ਆਪਾਂ ਚੱਲ ਰਹੇ ਹਾਂ ਤੇ ਉਹਦੇ ਵਿੱਚ ਫਿਰ ਹੁਣ ਇਹ ਹੈ ਜੀ ਕਿ ਆਪਾਂ ਸਾਈਨਸ ਦੀ ਇੱਕ ਤਰ੍ਹਾਂ ਦੱਸ ਦਿੰਦੇ ਹੁੰਦੇ ਹਾਂ ਗੱਲ ਵੀ ਸਾਈਨ ਅਸੀਂ ਨਹੀਂ ਲਗਾ ਰਹੇ ਵੀ ਬਹੁਤ ਥੋੜੇ ਕਿਤੇ ਮੇਨ ਥਾਵਾਂ ਤੇ ਸਾਈਨ ਸਾਡੇ ਨਜ਼ਰ ਆਉਣਗੇ।
ਇਸ ਕਰਕੇ ਸਾਈਨਾਂ ਵਾਲਾ ਇਹ ਵਿਗੜਿਆ ਹੋਇਆ ਕਲਚਰ ਆ ਜਿਹੜਾ ਜੇ ਆਪਾਂ ਠੀਕ ਕਰਨ ਦੀ ਕੋਸ਼ਿਸ਼ ਦੇ ਵਿੱਚ ਪਹਿਲ ਕਦਮੀ ਕਰਨ ਦਾ ਯਤਨ ਹੈ ਜੀ, ਕਮਿਊਨਿਟੀ ਕਿੰਨਾ ਸਾਥ ਦਿੰਦੀ ਉਹ ਆਪਾਂ ਦੇਖ ਲਾਂਗੇ। ਤੇ ਦੂਸਰਾ ਇਹ ਆ ਜੀ ਫਿਰ ਇਹ ਜਿਹੜਾ ਬਾਰਡਰ ਤਾਂ ਤੁਸੀਂ ਦੱਸਿਆ ਹੀ ਆ ਵੀ ਸਾਡਾ ਉਧਰ ਕੈਲੇਡਰ ਨਾਲ ਲੱਗਦਾ ਹੈ, ਇਧਰ ਵੁੱਡ ਬ੍ਰਿਜ ਵੌਨ ਦੇ ਨਾਲ ਹਾਈਵੇ 50 ਲੱਗਦਾ ਹੈ, ਉਧਰ ਫਿਰ ਦੂਸਰੇ ਪਾਸੇ ਬਰੈਂਪਟਨ ਦੇ ਵਿੱਚ ਜਾਣੀ ਕਿ ਵਾਰਡ 7 ਤੇ 8 ਤੇ 9 ਤੇ 10 ਦੇ ਵਿਚਾਲੇ ਜਿਹੜਾ ਬਾਰਡਰ ਹੈ ਉਹ ਬੋਵੇਡ ਡਰਾਈਵ ਤੇ ਕੈਸਲਮੋਰ ਰੋਡ ਆ। ਹਾਂਜੀ, ਸੋ ਕੈਸਲਮੋਰ ਰੋਡ ਤੋਂ ਸਾਊਥ ਸਾਈਡ ਨੂੰ ਵਾਰਡ 8 ਹੈ, ਨਾਰਥ ਸਾਈਡ ਨੂੰ ਜਿਹੜਾ ਜੀ ਵਾਰਡ 10 ਹੈ। ਇੱਦਾਂ ਹੀ ਗੋਰ ਰੋਡ ਤੋਂ ਈਸਟ ਸਾਈਡ ਨੂੰ ਹਾਈਵੇ 50 ਤੱਕ ਵਾਰਡ 10 ਦਾ ਹਿੱਸਾ ਹੈ ਜੀ, ਤੇ ਵੈਸਟ ਸਾਈਡ ਨੂੰ ਗੋਰ ਰੋਡ ਤੋਂ ਹੀ ਮੰਦਿਰ ਦੇ ਸਾਹਮਣੇ ਵਾਲਾ ਇਲਾਕਾ ਉਹ ਵਾਰਡ 8 ਦੇ ਵਿੱਚ ਪੈ ਜਾਂਦਾ। ਸੋ ਇਸ ਕਰਕੇ ਜੀ L6P ਦਾ ਕਾਫੀ ਸਾਰਾ ਹਿੱਸਾ ਤੇ L6R ਜਿਹੜਾ ਸਾਰੇ ਦਾ ਸਾਰਾ ਇਹ ਵਾਰਡ 9 ਹੈ, ਸਪ੍ਰਿੰਗਡੇਲ ਤੇ ਕੈਸਲਮੋਰ। ਉੱਥੋਂ ਜੀ ਵੀ ਸਕੂਲ ਟਰਸਟੀ ਇਲੈਕਸ਼ਨ ਆ ਰਹੀ ਮਿਊਨਿਸਪਲ ਇਲੈਕਸ਼ਨ ਦੇ ਵਿੱਚ, ਜਿੱਥੇ ਬਾਕੀ ਬੈਲਟ ਪੇਪਰ ਤੇ ਤੁਸੀਂ 3 ਵੋਟਾਂ ਪਾਉਣੀਆਂ, ਮੇਅਰ ਵਾਸਤੇ, ਕੌਂਸਲਰ ਵਾਸਤੇ, ਰੀਜਨਲ ਕੌਂਸਲ ਵਾਸਤੇ। ਚੌਥੀ ਵੋਟ ਜਿਹੜੀ ਹੈ ਜੀ ਵੀ ਸਕੂਲ ਟਰਸਟੀ ਦੀ ਹੋਏਗੀ ਤੇ ਉਹਦੇ ਵਿੱਚ ਬੈਲਟ ਪੇਪਰ ਤੇ ਮੇਰਾ ਨਾਮ ਸਤਪਾਲ ਸਿੰਘ ਜੌਲ ਦਾ ਹੈ। ਤੇ ਉੱਥੇ ਤੁਸੀਂ ਜਿੰਨੇ ਵੀ ਕਿਰਪਾ ਕਰੋਗੇ, ਜਿੰਨਾ ਵੀ ਬਲੈਸਿੰਗ ਕਮਿਊਨਿਟੀ ਦੇਣਗੇ ਜੀ, ਵੀ ਬਹੁਤ ਬਹੁਤ ਅਸੀਂ ਧੰਨਵਾਦ ਕਰਾਂਗੇ ਸਰ ਭਰਾਵਾਂ ਦਾ ਜੀ। ਜੀ ਨੰਬਰ ਟੂ ਕਾਲ ਜੌਲ ਸਾਹਿਬ ਡਾਇਰੈਕਟਲੀ ਇਜ਼ 4168953784 4168953784 ਤੇ ਜੌਲ ਸਾਹਿਬ ਦੇ ਨਾਲ ਡਾਇਰੈਕਟਲੀ ਤੁਸੀਂ ਗੱਲਬਾਤ ਕਰ ਸਕਦੇ ਹੋ। ਜੌਲ ਸਾਹਿਬ ਆਲ ਦ ਬੈਸਟ, ਥੈਂਕ ਯੂ ਸੋ ਮਚ ਫॉर योर टाइम। ਥੈਂਕ ਯੂ ਜਸ, ਮਿਹਰਬਾਨੀ, ਬਹੁਤ ਬਹੁਤ ਧੰਨਵਾਦ। ਇਹ ਸੰਸੀ ਸਾਡੇ ਆਪਣੇ ਟੀਮ ਦੇ ਮੈਂਬਰ ਸਤਪਾਲ ਸਿੰਘ ਜੌਹਲ ਜੋ ਸਕੂਲ ਟਰਸਟੀ ਵਾਰਡ 9 ਅਤੇ 10 ਕੈਂਡੀਡੇਟ ਤੁਹਾਡੇ ਵਾਸਤੇ ਖੜੇ ਨੇ ਜੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।